हाँ जी, गुड मॉर्निंग जी, गुड मॉर्निंग। ਤੁਹਾਨੂੰ ਪਤਾ ਹੈ ਕਿ ਅੱਜ ਜਿਹੜਾ ਆਪਾਂ ਪ੍ਰੀਵੀਅਸ ਈਅਰ ਕੁਐਸਚਨ ਜਿਹੜਾ ਹੈ ਕੱਲ ਆਪਾਂ ਕੰਪਲੀਟ ਕਰ ਚੁੱਕੇ ਸੀ 2013 ਦਾ ਹਨਾ ਤੇ ਅੱਜ ਆਪਾਂ 2014 ਦੇ ਜਿਹੜੇ ਪ੍ਰੀਵੀਅਸ ਈਅਰ ਕੁਐਸਚਨ ਸਟਾਰਟ ਕਰਨ ਲੱਗਿਆ। ਦੇਖੋ ਮੈਂ ਜਿਹੜੇ ਇਕੱਠੇ ਕੁਐਸਚਨਸ ਨਹੀਂ ਕਰਾ ਰਹੀ ਪੂਰੇ 25 ਕਿਉਂਕਿ ਤੁਹਾਨੂੰ ਵੀ ਕਲਾਸ ਲਾਣੀ ਔਖੀ ਹੋ ਜਾਂਦੀ ਹੈ ਇੰਨੇ ਟਾਈਮ ਦੀ ਹੈ ਨਾ ਡੇਢ ਘੰਟੇ ਦੀ ਕਲਾਸ ਚਲੀ ਜਾਂਦੀ ਹੈ ਤੇ ਪਲੱਸ ਜਿਹੜਾ ਹੈ ਕਿ ਫਿਰ ਉਹਨਾਂ ਫਲੋ ਜਾ ਵੀ ਨਹੀਂ ਬਣਦਾਗਾ ਹਨਾ। ਤਾਂ ਦੇਖੋ ਤੁਸੀਂ ਕਿੰਨੀ ਕੁ ਦੇਰੀ ਬੈਠ ਲਓਗੇ ਤੁਸੀਂ ਬਾਕੀ ਵੀ ਕਲਾਸਿਸ ਲਾਣੀਆਂ ਠੀਕ ਹੈ ਤਾਂ ਕਰਕੇ ਜਿਹੜੀ ਹੈ ਆਪਾਂ ਥੋੜੀ ਜੀ ਆਰਾਮ ਨਾਲ ਕਰਾਂਗੇ। ਕੋਈ ਗੱਲ ਨਹੀਂ ਹਾਲੇ 1 ਮਹੀਨਾ ਹੈਗਾ 1 ਮਹੀਨੇ ਤੱਕ ਆਪਾਂ ਸਾਰੇ ਪ੍ਰੀਵੀਅਸ ਈਅਰ ਕੁਐਸਚਨਸ ਕੱਢ ਲਾਂਗੇ ਠੀਕ ਹੈ। ਤਾਂ ਦੇਖੋ ਤੁਹਾਨੂੰ ਪਤਾ ਹੈ ਕਿ ਪੀਐਸ ਟੈਟ ਆ ਚੁੱਕਿਆ ਹੈ ਨਾ ਤਾਂ ਤੁਸੀਂ ਅਚੀਵਰਸ ਬੈਚ ਅਗਰ ਸਾਡਾ ਬਾਏ ਕਰਨਾ ਹੈ ਤਾਂ ਤੁਸੀਂ ਸਾਡੇ ਕਾਲ ਨੰਬਰ ਕੰਟੈਕਟ ਨੰਬਰ ਤੇ ਕਾਲ ਕਰ ਸਕਦੇ ਹੋ ਜਾਂ ਮੈਸੇਜ ਕਰ ਸਕਦੇ ਹੋ। ਹੋਰ ਅਗਰ ਇਨਕੁਆਇਰੀ ਹੈ ਕੋਈ ਤਾਂ ਵੀ ਤੁਸੀਂ ਸਾਡੇ ਕੰਟੈਕਟ ਨੰਬਰ ਤੇ ਕਾਲ ਕਰਕੇ ਪੁੱਛ ਸਕਦੇ ਹੋ ਠੀਕ ਹੈ। ਚਲੋ ਆਪਾਂ ਸਟਾਰਟ ਕਰਦੇ ਹਾਂ। ਦੇਖੋ ਇਹ ਜਿਹੜਾ ਪੇਪਰ ਹੈ ਇਹ 2014 ਦਾ ਹੈ ਠੀਕ ਹੈ। 2014 ਦੇ ਵਿੱਚ ਵੀ ਕੀ ਹੋਇਆ ਸੀਗਾ 5 ਕੁਐਸਚਨਸ ਜਿਹੜੇ ਸੀ ਪੈਡਾਗੋਜੀ ਦੇ ਆਏ ਸੀਗੇ ਤੇ ਬਾਕੀ ਦੇ 25 ਕੁਐਸਚਨਸ ਜਿਹੜੇ ਸੀਗੇ ਉਹ ਇਸ ਚੋਂ ਆਏ ਸੀਗੇ ਆਪਣੀ ਥਿਓਰੈਟੀਕਲ ਪੋਰਸ਼ਨ ਦੇ ਵਿੱਚੋਂ ਠੀਕ ਹੈ। ਤਾਂ ਤੁਸੀਂ ਸਟਾਰਟ ਕਰਦੇ ਹਾਂ ਆਪਾਂ ਪਰ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਨੀ ਆ। ਦੇਖੋ ਮੈਂ ਵੀ ਇੰਨੀ ਮਿਹਨਤ ਨਾਲ ਲੈ ਕੇ ਆਨੀ ਆ ਨਾ ਬਹੁਤ ਮਿਹਨਤ ਕਰਦੀ ਹਾਂ ਪਹਿਲਾਂ ਕੁਐਸਚਨਸ ਦੇਖਦੀ ਹਾਂ ਹਨਾ ਫਿਰ ਉਹਨਾਂ ਨੂੰ ਦੇਖਦੀ ਹਾਂ ਕਿ ਉਹਨਾਂ 'ਚ ਕੀ ਡਿਸਕਸ ਕਰਾਉਣ ਵਾਲਾ ਹੈ ਕੀ ਤੁਹਾਡੇ ਲਈ ਇੰਪੋਰਟੈਂਟ ਹੈ ਕੀ ਇੰਪੋਰਟੈਂਟ ਨਹੀਂ ਹੈ ਹਨਾ। ਤਾਂ ਤੁਹਾਡਾ ਵੀ ਫਰਜ਼ ਬਣਦਾ ਵੀ ਤੁਸੀਂ ਇੱਕ ਲਾਈਕ ਤਾਂ ਜ਼ਰੂਰ ਕਰਕੇ ਜਾਇਆ ਕਰੋ ਹਨਾ। ਤਾਂ ਲਾਈਕ ਕਰਿਆ ਕਰੋ ਪਲੱਸ ਕਮੈਂਟ ਵੀ ਜ਼ਰੂਰ ਕਰਿਆ ਕਰੋ ਕਿ ਕਲਾਸ ਕਿਵੇਂ ਲੱਗੀ ਠੀਕ ਹੈ ਔਰ ਨਾਲ ਦੀ ਨਾਲ ਲਿਖ ਵੀ ਦਿਆ ਕਰੋ ਕਿ ਅਗਰ ਕੁਐਸਚਨ ਦੇ ਵਿੱਚ ਕੋਈ ਪ੍ਰੋਬਲਮ ਹੈ ਤਾਂ ਠੀਕ ਹੈ ਆਪਾਂ ਨੈਕਸਟ ਉਹਨੂੰ ਡਿਸਕਸ ਕਰ ਲਿਆ ਕਰਾਂਗੇ ਠੀਕ ਹੈ। ਚਲੋ ਦੇਖੋ ਆਪਾਂ ਸਟਾਰਟ ਕਰਦੇ ਹਾਂ ਫਸਟ ਕੁਐਸਚਨ ਦੇ ਨਾਲ ਐਲੂਮੀਨੀਅਮ ਫੋਇਲਸ ਆਰ ਪੋਸੀਬਲ ਬਿਕੋਜ਼ ਐਲੂਮੀਨੀਅਮ ਇਜ਼ ਉਹ ਕਹਿੰਦੇ ਜਿਹੜੇ ਆਪਾਂ ਐਲੂਮੀਨੀਅਮ ਫੋਇਲਸ ਆਪਣੇ ਘਰੇ ਹੁੰਦੇ ਨਾ ਬੇਸਿਕਲੀ ਉਹ ਕੀ ਹੁੰਦੇ ਥਿਨ ਪੇਪਰ ਹੁੰਦਾ ਹੈ ਕਾਹਦਾ ਪੇਪਰ ਹੁੰਦਾ ਹੈ ਐਲੂਮੀਨੀਅਮ ਦਾ ਹੁੰਦਾ ਹੈ। ਉਹ ਕਹਿੰਦੇ ਕਿ ਐਲੂਮੀਨੀਅਮ ਨੂੰ ਆਪਾਂ ਫੋਇਲ ਦੇ ਵਿੱਚ ਕਨਵਰਟ ਕਰ ਲੈਂਦੇ ਆ ਕਿਉਂ ਕਨਵਰਟ ਕਰ ਲੈਂਦੇ ਆ। ਦੇਖੋ ਫਸਟ ਆਪਸ਼ਨ ਕੀ ਕਹਿੰਦੀ ਹੈ ਇਟ ਇਜ਼ ਮੈਲੇਬਲ ਇਟ ਇਜ਼ ਡਕਟਾਈਲ ਇਟ ਇਜ਼ ਸੋਨੋਰਸ ਜਾਂ ਇਟ ਇਜ਼ ਲਸਟਰਸ ਲਸਟਰਸ ਲਿਖਿਆ ਹੋਇਆ ਇਟ ਇਜ਼ ਲਸਟਰਸ ਹੁੰਦਾ ਹੈ। ਦੇਖੋ ਮੈਲੇਬਲ ਦਾ ਮਤਲਬ ਕੀ ਹੁੰਦਾ ਹੈ ਜਦੋਂ ਕਿਸੇ ਮੈਟਲ ਨੂੰ ਤੁਸੀਂ ਥਿਨ ਸ਼ੀਟਸ ਦੇ ਵਿੱਚ ਜਿਹੜਾ ਹੈ ਕਨਵਰਟ ਕਰ ਲਓ ਹੈਨਾ ਤਾਂ ਉਹਨੂੰ ਤੁਸੀਂ ਕੀ ਕਹਿ ਦਿੰਦੇ ਹੋ ਮੈਲੇਬਲ ਕਹਿ ਦਿੰਦੇ ਹੋ। ਜਿਹੜੇ ਮੈਟਲ ਜਿਹੜੇ ਆ ਜਿਨ੍ਹਾਂ ਨੂੰ ਆਪਾਂ ਸ਼ੀਟਸ ਦੇ ਵਿੱਚ ਕਨਵਰਟ ਕਰ ਸਕਦੇ ਆ ਉਹਨਾਂ ਨੂੰ ਸ਼ੀਟਸ ਦੇ ਵਿੱਚ ਥਰੋ ਆਊਟ ਕਰ ਸਕਦੇ ਆ ਉਹ ਮੈਟਲਸ ਨੂੰ ਆਪਾਂ ਕਹਿ ਦਿੰਦੇ ਆ ਮੈਲੇਬਲ। ਦੇਖੋ ਡਕਟਾਈਲ ਦਾ ਮਤਲਬ ਕੀ ਹੁੰਦਾ ਹੈ ਜਦੋਂ ਆਪਾਂ ਕਿਸੇ ਮੈਟਲ ਨੂੰ ਕਿੰਨੇ ਚ ਕਨਵਰਟ ਕਰ ਸਕਦੇ ਆ ਥਿਨ ਵਾਇਰ ਦੇ ਵਿੱਚ ਕਨਵਰਟ ਕਰ ਲਈਏ ਉਹ ਵਾਲੀ ਪ੍ਰੋਪਰਟੀ ਨੂੰ ਕੀ ਕਹਿੰਦੇ ਆ ਡਕਟਿਲਿਟੀ ਕਹਿ ਦਿੰਦੇ ਆ। ਸੋਨੋਰਸ ਦੀ ਗੱਲ ਕਰੀਏ ਜਦੋਂ ਕੋਈ ਮੈਟਲ ਜਾਂ ਫਿਰ ਕੋਈ ਐਲੀਮੈਂਟ ਜਿਹੜਾ ਹੈ ਸਾਊਂਡ ਪ੍ਰੋਡਿਊਸ ਕਰੇ ਉਹ ਪ੍ਰੋਪਰਟੀ ਜਿਹੜੀ ਹੁੰਦੀ ਸਾਊਂਡ ਪ੍ਰੋਡਿਊਸ ਕਰਾਂਦੀ ਹੈ ਉਹਨੂੰ ਆਪਾਂ ਕੀ ਕਹਿ ਦਿੰਦੇ ਆ ਸੋਨੋਰਸ ਕਹਿ ਦਿੰਦੇ ਆ। ਅਗਰ ਲਸਟਰਸ ਦੀ ਗੱਲ ਕਰੋ ਤਾਂ ਕੋਈ ਮੈਟਲ ਜੋ ਚਮਕ ਰਿਹਾ ਹੈ ਨਾ ਜੋ ਬ੍ਰਾਈਟ ਹੈ ਚਮਕੀਲਾ ਹੈ ਤਾਂ ਉਦੋਂ ਤੁਸੀਂ ਕੀ ਕਹਿ ਦਿੰਦੇ ਹੋ ਕਿ ਉਹ ਕੀ ਹੈ ਲਸਟਰਸ ਹੈ ਠੀਕ ਹੈ। ਤਾਂ ਆਪਾਂ ਨੂੰ ਉਹਨਾਂ ਨੇ ਕਿੱਥੇ ਕਾਹਦਾ ਪੁੱਛਿਆ ਜੀ ਐਲੂਮੀਨੀਅਮ ਫੋਇਲ ਦਾ ਪੁੱਛਿਆ ਤਾਂ ਦੇਖੋ ਐਲੂਮੀਨੀਅਮ ਫੋਇਲ ਜਿਹੜੀ ਹੈ ਐਲੂਮੀਨੀਅਮ ਫੋਇਲ ਕੀ ਹੈ ਬੇਸਿਕਲੀ ਥਿਨ ਸ਼ੀਟ ਹੈ ਕਾਦੀ ਸ਼ੀਟ ਹੈ ਐਲੂਮੀਨੀਅਮ ਦੀ ਹੈ। ਤਾਂ ਕਿਹੜੀ ਪ੍ਰੋਪਰਟੀ ਕਰਕੇ ਆਪਾਂ ਐਲੂਮੀਨੀਅਮ ਫਾਈਲ ਬਣਾ ਪਾ ਰਹੇ ਹਾਂ ਐਲੂਮੀਨੀਅਮ ਫੋਇਲ ਬਣਾ ਪਾ ਰਹੇ ਹਾਂ ਤਾਂ ਮੈਲੇਬਲ ਜਿਹੜੀ ਹੈ ਮੈਲੇਬਿਲਿਟੀ ਦੀ ਪ੍ਰੋਪਰਟੀ ਕਰਕੇ ਆਪਾਂ ਐਲੂਮੀਨੀਅਮ ਨੂੰ ਕਾਹਦੇ ਚ ਕਨਵਰਟ ਕਰ ਪਾ ਰਹੇ ਹਾਂ ਥਿਨ ਸ਼ੀਟਸ ਯਾਨੀ ਕਿ ਐਲੂਮੀਨੀਅਮ ਫੋਇਲ ਦੇ ਵਿੱਚ ਕਨਵਰਟ ਕਰ ਪਾ ਰਹੇ ਹਾਂ ਤੇ ਉਹਨਾਂ ਐਲੂਮੀਨੀਅਮ ਫੋਇਲ ਨੂੰ ਆਪਾਂ ਕਾਹਦੇ ਲਈ ਯੂਜ਼ ਕਰਦੇ ਹਾਂ ਆਪਾਂ ਕਿਚਨ ਪਰਪਸਿਸ ਦੇ ਲਈ ਯੂਜ਼ ਕਰਦੇ ਹਾਂ ਠੀਕ ਹੈ ਜੀ। ਲੱਗੀ ਸਮਝ ਇਸ ਕੁਐਸਚਨ ਦੀ। ਚਲੋ ਨੈਕਸਟ ਕੁਐਸਚਨ ਦੇਖिए। देखो नेक्स्ट क्वेश्चन की है रदरफोर्ड्स मॉडल ऑफ एटम वाज अनएबल टू एक्सप्लेन। देखो पहली गल तो देखो रदरफोर्ड का पहला एक्सपेरिमेंट की सी रदरफोर्ड ने की लिया सी एक गोल्ड की फॉइल ਲਈ ਸੀ ਉਹਨੇ 골ਡ ਦੀ ਫੋਇਲ ਦੇ ਵਿੱਚੋਂ ਕੀ ਪਾਸ ਕਰਾਈਆਂ ਸੀ ਅਲਫਾ ਰੇਜ਼ ਪਾਸ ਕਰਾਈਆਂ ਸੀ ਠੀਕ ਹੈ। ਅਲਫਾ ਰੇਜ਼ ਦੇ ਵਿੱਚ ਪਾਇਆ ਕੀ ਜਾਂਦਾ ਹੀਲੀਅਮ 2 ਪੋਜ਼ਿਟਿਵ ਆਇਨਸ ਪਾਏ ਜਾਂਦੇ ਠੀਕ ਹੈ। ਜਦੋਂ ਉਹਨੇ ਰੇਜ਼ ਪਾਸ ਕਰਾਈਆਂ ਸਪੋਜ਼ ਇਹ ਐਲੂਮੀਨੀਅਮ ਫੋਇਲ ਹੈ ਜਦੋਂ ਉਹਨੇ ਰੇਜ਼ ਪਾਸ ਕਰਾਈਆਂ ਤਾਂ ਉਹਨੇ ਦੇਖਿਆ ਕਿ ਕਈ ਰੇਜ਼ ਸੀ ਜਿਹੜੀਆਂ ਡਿਫਲੈਕਟ ਹੋ ਕੇ ਬੈਕ ਆ ਗਈਆਂ ਕਈ ਰੇਜ਼ ਸੀ ਜਿਹੜੀਆਂ ਪਾਸ ਹੋ ਗਈਆਂ ਕਈ ਰੇਜ਼ ਸੀ ਜਿਹੜੇ ਛੋਟੇ ਐਂਗਲ ਤੋਂ ਡਿਫਲੈਕਟ ਹੋ ਕੇ ਵਾਪਸ ਆ ਗਈਆਂ ਕਈ ਜਿਹੜੀਆਂ ਸੀ ਲਾਰਜ ਐਂਗਲ ਤੋਂ ਡਿਫਲੈਕਟ ਹੋ ਕੇ ਵਾਪਸ ਆ ਗਈਆਂ ਠੀਕ ਹੈ। ਤਾਂ ਇੱਥੋਂ ਕੀ ਪਤਾ ਲੱਗਦਾ ਸੀ ਤਾਂ ਦੇਖੋ ਇੱਥੋਂ ਕੀ ਪਤਾ ਚੱਲਿਆ ਸੀਗਾ ਨਿਊਕਲੀਅਸ ਦੀ ਡਿਸਕਵਰੀ ਹੋਈ ਸੀ ਕਿਉਂਕਿ ਦੇਖੋ ਜਿਹੜੇ
पॉजिटिव आयंस दी उन्होंने रेज पास कराई वो भी की है पॉजिटिव है न्यूक्लियस भी किहड़ा चार्ज हुंदा है पॉजिटिव चार्ज हुंदा है तां जड़ियां जड़ियां रेज बैक आईयां सीगियां लार्ज डिफ्लैक्शन दे नाल तो उदों आपां की सोचा उन्होंने की सोचा कि कोई ना कोई हार्ड पॉजिटिव चार्ज जिहड़ा है प्रेजेंट है एटम्स दे विच यानी कि एलीमेंट दे विच कुछ ना कुछ जिहड़ा है एटम्स दे विच छोटा जिहा पॉजिटिव चार्ज प्रेजेंट है जो कि बड़ा हार्ड है जिंदे करके पॉजिटिव पॉजिटिव ने एक दूजे ने रिपेल किया तो जिहड़ियां रेज ने वो वापस आ गई ठीक है उस बाद अगर देखो तुसी जिहड़ी रे पास कर गई इस तो की पता चलिया सीगा कि रे पास कर गई कहने का मतलब की है कि एटम्स दे विच की है कोई ना कोई खाली स्पेस है जिंदे करके रेज की ने पास कर गया उस तो बाद देखो जिहड़ियां छोटे एंगल तो डिफ्लैक्ट हुई ਉਹਦੇ ਤੋਂ ਕੀ ਪਤਾ ਚੱਲਦਾ ਹੈ ਕਿ ਕੋਈ ਨਾ ਕੋਈ ਜਿਹੜਾ ਪੋਜ਼ਿਟਿਵ ਚਾਰਜ ਪ੍ਰੈਜ਼ੈਂਟ ਹੈ ਜਿੰਦੇ ਕਰਕੇ ਉਹ ਡਿਫਲੈਕਟ ਹੋ ਗਿਆ ਤਾਂ ਦੇਖੋ ਇਹਦੇ ਤੋਂ ਆਪਣੀ ਕਾਹਦੀ ਡਿਸਕਵਰੀ ਹੋਈ ਸੀ ਇਸ ਮਾਡਲ ਤੋਂ ਆਪਣੀ ਕਾਹਦੀ ਡਿਸਕਵਰੀ ਹੋਈ ਸੀ ਨਿਊਕਲੀਅਸ ਦੀ ਡਿਸਕਵਰੀ ਹੋਈ ਸੀ ਠੀਕ ਹੈ ਪਰ ਦੇਖੋ ਉਹਨਾਂ ਨੇ ਹੋਰ ਗੱਲ ਕੀ ਕਰੀ ਸੀ ਕਿ ਜਦੋਂ ਜਿਹੜਾ ਨਿਊਕਲੀਅਸ ਹੈ ਨਾ ਨਿਊਕਲੀਅਸ ਦੇ ਅਰਾਊਂਡ ਕੀ ਹੈ ਇਲੈਕਟ੍ਰॉन्स रिवॉल्व कर रहे हैं देखो किस फॉर्म ਦੇ ਵਿੱਚ कर रहे हैं देखो सपोज ये न्यूक्लियस है उन्होंने की क्या कि इलैक्ट्रॉन इस तरीके दे नाल रिवॉल्व कर रहा है न्यूक्लियस के आस-पास पर देखो अगर इलैक्ट्रॉन रिवॉल्व कर रहा है अगर इलैक्ट्रॉन दे कोल एनर्जी है ना कोई भी चीज अगर मूव कर रही है किन्ने नाल मूव कर रही है एनर्जी दे नाल मूव कर रही है ना तो उनके कोल की है कोई ना कोई एनर्जी सी है ना तो वो कहते कि जदों इलैक्ट्रॉन दे कोल एनर्जी है वो घूम रहा है ना उनके कोल कोई ना कोई एनर्जी है तो जो उनके कोल एनर्जी है कदे ना कदे उनकी एनर्जी खत्म होएगी अगर उनकी एनर्जी खत्म होती है तो इलैक्ट्रॉन सीधा जाके कित्थे डिगेगा न्यूक्लियस दे विच डिग जाएगा अगर न्यूक्लियस दे विच डिग गया तो की हो जाएगा एक्सप्लोजन हो जाएगी तो एटम की हो जाएगा खत्म हो जाएगा तो ये तो पॉसिबल सी नहीं तो बेसिकली उन्होंने की करया वो ये नहीं दस पाए कि इलैक्ट्रॉन जिहड़ा है वो किवें रिवॉल्व कर रहा है न्यूक्लियस के सामने कहने का मतलब की है कि एटम की स्टेबिलिटी कितनी है एटम जड़ा स्टेबल कितना है देखो क्यों स्टेबल है ये भी कि जड़ा प्रोटोन है जड़े इलैक्ट्रॉन्स है वो किवें स्टेबल है एटम दे विच वो इहनूं एक्सप्लेन नहीं कर पाए सी तो देखो उन्होंने की नहीं एक्सप्लेन करया सी रिजल्ट्स ऑफ अल्फा रे स्कैटरिंग एक्सपेरिमेंट देखो उन्होंने तो एक्सप्लेन करता सीगा क्यों क्योंकि उन्होंने न्यूक्लियस की डिस्कवरी करती दूसरी की है न्यूट्रैलिटी ऑफ एटम अगर न्यूट्रैलिटी ऑफ एटम की गल करो तो उन्होंने ये नहीं दस्या कि जड़ा एटम है वो न्यूट्रल किवें सी पर हाँ उन्होंने ये दसता कि उहदे च पॉजिटिव चार्ज भी है तो इलैक्ट्रॉन भी है तो इत्थों पता लग गया कि वो न्यूट्रल है दूसरी गल है रिजल्ट्स ऑफ कैथोड रे एक्सपेरिमेंट देखो उन्होंने कैथोड रे का कोई एक्सपेरिमेंट नहीं करया सी डी ऑप्शन की है स्टेबिलिटी ऑफ एटम मैं थोनों सारा जड़ा है एक्सपेरिमेंट समझाता है तो थोनों ये भी दसता है कि स्टेबिलिटी ऑफ एटम जिहड़ी सी ओनू एक्सप्लेन नहीं कर पाए सी क्यों क्योंकि उन्होंने ये नहीं पता सी कि इलैक्ट्रॉन दे कोल एनर्जी कित्थों आई है ठीक है समझ लग गई इत्थों तक चलो नेक्स्ट क्वेश्चन देखो नेक्स्ट क्वेश्चन की है फॉर प्रोटेक्टिंग अ सेंसिटिव इक्विपमेंट फ्रॉम एक्सटर्नल मैग्नेटिक फील्ड इट शुड बी वो कहते कि कोई सेंसिटिव इक्विपमेंट है ना उन्होंने तुसी मैग्नेटिक फील्ड तो बचाना देखो पहली गल तो मैग्नेटिक जिहड़ी फील्ड है वो किन्ना किन्ना चीज़ों को अट्रैक्ट कर सकती है आयरन को अट्रैक्ट कर सकती है ना होर की कर सकती है आयरन के होर जिहड़े अलॉयज ने ब्रॉन्ज है ना उन्होंने सारे की कर सकती है अट्रैक्ट कर सकती है ठीक है उस तो बाद अगर तुसी गल करो उन्होंने की क्या है फॉर प्रोटेक्टिंग अ सेंसिटिव इक्विपमेंट वो वाला इक्विपमेंट उन्हें तुसी बचाना है किन्ने तो बचाना है मैग्नेटिक फील्ड तो बचाना है ताकि मैग्नेटिक फील्ड उन्हें अट्रैक्ट ना कर पाए तो तुसी की करोगे देखो पहले की है प्लेस्ड इनसाइड आयरन कैन देखो अगर आयरन कैन दे अंदर किसी आयरन दी कैन दे अंदर आयरन दी बोतल दे अंदर तुसी उस ਉਹਨੂੰ रख दोगे ना उस चीज जिन्हों तुसी बचाना है ना तो की होएगा जो तुसी ਉਹਨੂੰ रखोगे ना तो ਜਿਹੜੀ मैग्नेटिक फील्ड है मैग्नेटिक फील्ड ਦਾ फ्लक्स है मैग्नेटिक फील्ड लाइंस है ਉਹ ਕਿੰਨੇ ਕੋਲ ਆਣਗੀਆਂ आयरन ਦੇ ਵਿੱਚੋਂ ਪਾਸ ਕਰਨਗੀਆਂ ਉਹ ਆਇਰਨ ਦੇ ਵਿੱਚੋਂ ਪਾਸ ਕਰਨਗੀਆਂ पर आयरन ਦੇ ਪਾਸ ਵਿੱਚੋਂ ਕਰ ਜਾਣਗੀਆਂ ਪਰ ਜਿਹੜਾ ਦੂਸਰਾ ਹੋਏਗਾ ਉਹਦੇ ਚੋਂ ਪਾਸ ਨਹੀਂ ਕਰਨਗੀਆਂ ਕਿਉਂ ਕਿਉਂਕਿ ਆਇਰਨ ਜਿਹੜਾ ਹੈ ਉਹਦੇ ਨਾਲ ਆਪਾਂ ਉਸ ਚੀਜ਼ ਨੂੰ ਕੀ ਕਰ ਰੱਖਿਆ ਕਵਰ ਕਰ ਰੱਖਿਆ ਜਿੰਦੇ ਕਰਕੇ ਕੀ ਹੈ जिंदे करके की है जड़ा सेंसिटिव इक्विपमेंट है उन्होंने फोर्स नहीं लग रही नेक्स्ट देखो नेक्स्ट की है रैप्ड विद इंसुलेटेड वायर थ्रू विच करंट पासिस देखो अगर इंसुलेटेड वायर दे विचों करंट पास करोगे ना तो मैग्नेटिक फील्ड लाइंस नू रिलीज करेगा है ना तो मैग्नेटिक फील्ड लाइंस बनाएगा जो तो मैग्नेटिक फील्ड लाइंस लाएगा तो ये तो ऑप्शन गलत होगी है ना
नेक्स्ट देखो सराउंडेड विद फाइन कॉपर गॉज, देखो कॉपर गॉज नाल अगर कर दांगे तो कॉपर ਜਿਹੜਾ ਗੌਜ਼ ਦਾ ਮਤਲਬ ਹੁੰਦੀ ਹੈ ਜਾਲੀ ਹੈ ਨਾ, ਜਾਲੀ ਦੇ ਵਿੱਚੋਂ ਤਾਂ ਉਹ ਨਹੀਂ ਉਹਨੂੰ ਕਰ ਪਾਵਾਂਗੇ ਹੈ ਨਾ। ਉਸ ਤੋਂ ਬਾਅਦ ਦੇਖੋ ਪਲੇਸਡ ਇਨਸਾਈਡ ਐਲੂਮੀਨੀਅਮ ਕੈਨ, ਐਲੂਮੀਨੀਅਮ ਕੀ ਹੈ, ਐਲੂਮੀਨੀਅਮ ਜਿਹੜਾ ਹੈ ਉਹ ਨਹੀਂ ਕਰ ਸਕਦਾ ਉਹਨੂੰ, ਉਹਦੇ ਵਿੱਚੋਂ ਮੈਗਨੈਟਿਕ ਫਲਕਸ ਜਿਹੜੀ ਉਹ ਇੰਨੀ ਪਾਸ ਨਹੀਂ ਕਰੇਗੀ ਜਿੰਨੀ ਆਇਰਨ ਦੇ ਵਿੱਚੋਂ ਕਰੇਗੀ। ਤਾਂ ਦੇਖੋ ਇਹ ਆਪਸ਼ਨ ਜਿਹੜੀ ਹੈ ਬਿਲਕੁਲ ਕਰੈਕਟ ਹੈ ਕਿ ਆਪਾਂ ਉਸ ਚੀਜ਼ ਨੂੰ ਕਿੰਦੇ ਚ ਪਾ ਕੇ ਰੱਖਾਂਗੇ, ਆਇਰਨ ਦੇ ਕੈਨ ਦੇ ਵਿੱਚ ਪਾ ਕੇ ਰੱਖ ਦਾਂਗੇ। ਜਦੋਂ ਆਇਰਨ ਦੇ ਕੈਨ ਦੇ ਵਿੱਚੋਂ ਪਾਵਾਂਗੇ ਤਾਂ ਜਿਹੜੀਆਂ ਮੈਗਨੈਟਿਕ ਫੀਲਡ ਲਾਈਨਸ ਹੋਣਗੀਆਂ ਉਹਨਾਂ ਦਾ ਕੀ ਹੋਏਗਾ, ਉਹ ਸਿਰਫ ਜਦੋਂ ਉਹਦੇ ਚ ਆਇਰਨ ਚੋਂ ਜਾਣਗੀਆਂ ਤਾਂ ਉਹਨਾਂ ਦੀ ਫਲਕਸ ਦੀ ਮੈਗਨੈਟਿਕ ਫੀਲਡ ਜਿਹੜੀ ਹੈ ਉਹ ਜ਼ੀਰੋ ਹੋ ਜਾਏਗੀ। ਫਲਕਸ ਜਿਹੜਾ ਹੁੰਦਾ, ਕਿਉਂਕਿ ਦੇਖੋ ਜਦੋਂ ਆਇਰਨ ਦੇ ਵਿੱਚੋਂ ਪਾਸ ਕਰਨਗੀਆਂ, ਸਪੋਜ਼ ਆਇਰਨ ਦੀ ਕੈਨ ਹੈ, ਜਦੋਂ ਆਇਰਨ ਦੇ ਕੈਨ ਵਿੱਚੋਂ ਮੈਗਨੈਟਿਕ ਫੀਲਡਸ ਪਾਸ ਕਰਨਗੀਆਂ ਤਾਂ ਇੱਕ ਲੂਪ ਬਣਾਉਣਗੀਆਂ ਹੈ ਨਾ, ਆ ਲੂਪ ਦੇ ਵਿੱਚ ਮੈਗਨੈਟਿਕ ਫੀਲਡਸ ਹੋਣਗੀਆਂ ਤਾਂ ਮੈਗਨੈਟਿਕ ਫੀਲਡ ਲਾਈਨ ਜਿਹੜੀਆਂ ਲੂਪ ਦੇ ਵਿੱਚ ਹੁੰਦੀਆਂ ਉਹ ਹੁੰਦੀਆਂ ਜ਼ੀਰੋ ਹੋ ਜਾਂਦੀਆਂ, ਜਿੰਦੇ ਕਰਕੇ ਜਿਹੜਾ ਇਕਵਿਪਮੈਂਟ ਹੈ ਉਹਦੇ ਉੱਪਰ ਕੋਈ ਮੈਗਨੈਟਿਕ ਫੀਲਡ ਦੀ ਫੋਰਸ ਨਹੀਂ ਲੱਗੇਗੀ। ਠੀਕ ਹੈ ਜੀ, ਚਲਿਏ ਨੈਕਸਟ। नेक्स्ट देखो नेक्स्ट क्वेश्चन की है, इफ अ साउंड वेव ऑफ फ्रीक्वेंसी, देखो फ्रीक्वेंसी कितनी देती है 500 हर्ट्ज एंड वेवलेंथ ऑफ 2.9 मीटर is transmitted through water, the velocity of sound in meter per second is, देखो देखो स्पीड ਜਦੋਂ ਵੀ स्पीड फाइंड करनी ਹੁੰਦੀ ਹੈ, स्पीड ਦਾ ਫਾਰਮੂਲਾ ਕੀ ਹੁੰਦਾ ਹੈ, डिस्टेंस अपॉन टाइम ਹੁੰਦਾ है ना। डिस्टेंस ਕੀ ਹੁੰਦਾ ਹੈ ਬੇਸਿਕਲੀ, ਇੱਥੇ ਜਦੋਂ ਤੁਸੀਂ ਸਾਊਂਡ ਵੇਵਸ ਦੀ ਗੱਲ ਕਰੋ ਤਾਂ ਇੱਥੇ डिस्टेंस ਕਿਹਨੂੰ ਮੰਨਿਆ ਜਾਂਦਾ ਹੈ, ਵੇਵਲੈਂਥ ਨੂੰ ਮੰਨਿਆ ਜਾਂਦਾ ਹੈ। ਉਸ ਤੋਂ ਬਾਅਦ ਟਾਈਮ ਦੀ ਗੱਲ ਕਰੋ ਤਾਂ ਟਾਈਮ ਤੁਸੀਂ ਉਸੇ ਤਰੀਕੇ ਨਾਲ ਲਿਖ ਰਹੇ ਹੋ। ਵੇਵਲੈਂਥ ਨੂੰ ਕਿਹਦੇ ਨਾਲ ਡਿਨੋਟ ਕਰਨੇ ਹੋ, ਲੈਮਡਾ ਦੇ ਨਾਲ ਡਿਨੋਟ ਕਰਦੇ ਹੋ ਹੈ ਨਾ। ਅਗਰ ਲੈਮਡਾ ਨੂੰ ਤੁਸੀਂ ਐ ਲਿਖ ਦੋ ਲੈਮਡਾ ਇਨਟੂ 1/t ਤਾਂ ਵੀ ਸੇਮ ਗੱਲ ਹੈ, ਤੇ ਲੈਮਡਾ 1/t ਕੀ ਹੁੰਦਾ ਹੈ, ਫ੍ਰੀਕੁਐਂਸੀ ਹੁੰਦੀ ਹੈ। ਤਾਂ ਤੁਸੀਂ ਜਿਹੜੀ ਸਪੀਡ ਹੈ ਸਾਊਂਡ ਵੇਵ ਦੀ ਕਿਵੇਂ ਫਾਈਂਡ ਕਰਦੇ ਹੋ, ਵੇਵਲੈਂਥ ਇਨਟੂ ਫ੍ਰੀਕੁਐਂਸੀ ਕਰਕੇ ਹੈ ਨਾ। ਤਾਂ ਵੇਵਲੈਂਥ ਆਪਾਂ ਨੂੰ ਕਿੰਨੀ ਦਿੱਤੀ ਹੈ, ਦੇਖੋ ਵੇਵਲੈਂਥ ਕਿੰਨੀ ਦਿੱਤੀ ਹੈ 2.9 ਹੈ ਨਾ। ਉਸ ਤੋਂ ਬਾਅਦ ਤੁਹਾਨੂੰ ਜਿਹੜੀ ਹੈ ਫ੍ਰੀਕੁਐਂਸੀ ਕਿੰਨੀ ਦਿੱਤੀ ਹੈ ਨਿਊ, ਇਹ ਨਿਊ ਹੁੰਦਾ ਹੈ, ਵੀ ਨਹੀਂ ਹੁੰਦਾ, ਇਹ ਨਿਊ ਹੁੰਦਾ ਹੈ ਇਸ ਤਰੀਕੇ ਦੇ ਨਾਲ। ਠੀਕ ਹੈ, ਤਾਂ ਇਹ 500 ਹੈ, ਤਾਂ ਕੈਲਕੂਲੇਟ ਕਰੋ ਕਿੰਨੀ ਹੋਗੀ, 45 1450 है ना। तो इन्नी होगी 1450 ਦੀ ਜਿਹੜੀ ਹੈ ਮੀਟਰ ਪਰ ਸੈਕਿੰਡ ਆਏਗੀ। ਤਾਂ ਕਿੰਨੀ ਆਏਗੀ ਤੁਹਾਡੇ ਕੋਲੇ ਜਿਹੜੀ ਸਪੀਡ ਹੈ 1450 मीटर पर सेकंड, समझ लग गई। देखो न्यूमेरिकल ਜਿਹੜੇ ਨਾ ਸਿੰਪਲ ਹੀ ਆਉਂਦੇ ਆ, ਜ਼ਿਆਦਾ ਉਵੇਂ ਦੇ ਟਿਪੀਕਲ ਵਾਲੇ न्यूमेरिकल ਨਹੀਂ ਆਉਂਦੇ, ਜਿਵੇਂ ਉਹ ਗ੍ਰੈਵਿਟੇਸ਼ਨਲ ਚੈਪਟਰ ਦੇ ਕਿੰਨੇ ਜ਼ਿਆਦਾ ਟਿਪੀਕਲ ਹੁੰਦੇ ਆ ਜਿਨ੍ਹਾਂ ਵਿੱਚ ਇੰਨੀ ਕੈਲਕੂਲੇਸ਼ਨ ਹੁੰਦੀ ਹੈ। ਦੇਖੋ ਤੁਹਾਨੂੰ ਇੱਕ ਕੁਐਸਚਨ ਦੇ ਲਈ 1 ਮਿੰਟ ਦਿੱਤਾ ਜਾਂਦਾ ਹੈ, ਤਾਂ ਤੁਹਾਨੂੰ ਐਵੇਂ ਦੇ ਕੁਐਸਚਨ ਪਾਣਗੇ ਜਿੰਦੇ ਵਿੱਚ 1 ਮਿੰਟ ਲੱਗੇ ਤੁਹਾਨੂੰ ਸੋਲਵ ਕਰਨ ਦੇ। ਠੀਕ ਹੈ, ਤਾਂ ਘਬਰਾਣਾ ਨਹੀਂ ਆ, ਉੱਥੇ ਤੁਹਾਨੂੰ ਸਭ ਕੁਝ ਗਿਵਨ ਹੋਏਗਾ, ਫਾਰਮੂਲਾ ਲੱਗਣਾ ਤੇ ਲਗਾ ਦੇਣਾ ਚੁੱਪਚਾਪ। देखो नेक्स्ट क्वेश्चन, देखो नेक्स्ट क्वेश्चन की कहता है एन इलेक्ट्रिक बल्ब इज रेटेड 220 वोल्ट 110 वोल्ट द पावर कंज्यूम्ड बाय इट विद ऑपरेटेड। देखो बल्ब की है, बल्ब की आपदी वोल्टेज कितनी है 220 वोल्ट है, उनकी पावर कितनी है 110 वोट है ना। होर आपां नूं की चाहिए उनकी पावर फाइंड करने दे लई, आपां नूं चाहिदी है रेजिस्टेंस। की फाइंड करना है, वो कहते कि पावर करो जो तुसी उस इलैक्ट्रिक बल्ब नूं कितनी वोल्टेज दे नाल ऑपरेट करोगे 110 वोल्टेज दे नाल। देखो पहला ये फॉर्मूला ला के तुसी की फाइंड कर लोगे, रेजिस्टेंस फाइंड कर लोगे। देखो P का फॉर्मूला कितना है V स्क्वायर अपॉन R, V स्क्वायर मतलब वो पोटेंशियल डिफरेंस या वोल्टेज का स्क्वायर अपॉन रेजिस्टेंस। इथों रेजिस्टेंस फाइंड करोगे R इधर चली जाएगी तो V स्क्वायर मतलब V का स्क्वायर की होएगा 220 इंटू 220, पावर कितनी है दी 110 है ना, 0 नाल 0 कट हो गया, 11 2 22 तो कितना आएगा 440 ओम रेजिस्टेंस आ गई। उस तो बाद देखो अगर तुम उनके नाल कनैक्ट कर दो तो उनकी पावर कितनी है 110 है, 110 वोल्ट है उनकी पावर, तो वोल्टेज कितनी है, हाँ रेजिस्टेंस तुम फाइंड कर चुके हो, नहीं पोटेंशियल डिफरेंस दिता है ना। वोल्टेज कितनी है इतने 110 वोल्ट है ना। उस बाद तुसी गल करो पावर तुसी फाइंड करनी है ना, रेजिस्टेंस तुसी कैलकुलेट कर चुके हो कितनी है 440 ओम है। ठीक है,
ਉਸ ਤੋਂ ਬਾਅਦ ਦੇਖੋ ਪਾਵਰ ਨੂੰ ਕਰੋਗੇ ਕਿਵੇਂ ਕਰੋਗੇ, ਬੀ ਸਕੁਅਰ ਬਾय आर, बी स्क्वायर कितना है 110 इंटू 110 ओवर 440, 0 नाल 0 कैंसिल हो जाएगी, 11 4 जार, तो 110/4 ਨੂੰ करो कितना आएगा 4 4 4 2 जार 8 8 10 20, तो कितना आ जाएगा 25 वॉट आ जाएगा है ना। नहीं 25 नहीं आएगा, 27.5 आ जाएगा। देखो ऑप्शन ਦੇ ਵਿੱਚ ਹੈਗਾ 27.5, 27.5 ਤਾਂ ਹੈ ਹੀ ਨਹੀਂ ऑप्शन ਚ। अगर इत्थे 100 ਹੁੰਦਾ है ना फिर इत्थे आ सकता सी 25 वॉट। देखो पर जब तुसी की करोगे, देखो हुण 27.5 किंदे आस-पास आया, 25 के आस-पास आया ना, तो थोड़ी करेक्ट ऑप्शन ए रहेगी। देखो 50 के तो नेड़े तेड़े भी नहीं है, 75 के भी नहीं है, 40 के भी नहीं है, किंदे क्लोजेस्ट है 25 के, तो तुसी 25 ਨੂੰ टिक ला देना। ठीक है, जिंदे ज्यादा क्लोज आंसर आएगा वो थोड़ा करेक्ट ऑप्शन होएगा। ठीक है, समझ लग गई ना किवें करिया। चलो नेक्स्ट क्वेश्चन देखो, a galvanometer acting as a voltmeter will have, देखो गलवैनोमीटर एक्टिंग एज अ वोल्टमीटर विल हैव, वो कहते अगर तुसी गलवैनोमीटर ਨੂੰ ਕੀ ਬਣਾ ਦਿੱਤਾ, वोल्टमीटर बनाता है। गलवैनोमीटर ने किंदी एक्टिंग करनी है, कहने का मतलब गलवैनोमीटर ਨੂੰ ਕੀ बनाना है ਆਪਾਂ, वोल्टमीटर बनाना है। देखो वोल्टमीटर ਜਿਹੜਾ ਹੁੰਦਾ ਕੀ फाइंड करता है, पोटेंशियल डिफरेंस ਦੀ ਵੈਲਿਊ ਨੂੰ ਕੈਲਕੂਲੇਟ ਕਰਦਾ ਹੈ। ਕਿਵੇਂ ਕੈਲਕੂਲੇਟ ਕਰਦਾ ਹੈ, ਉਹਦੀ ਜਿਹੜੀ ਜਿੱਥੋਂ बैटरी कनैक्टेड ਹੁੰਦੀ है ना, पॉजिटिव चार्ज नेगेटिव चार्ज ਹੁੰਦਾ है, इन्हों पॉइंट्स के उपर कितना पोटेंशियल डिफरेंस आ रहा, कौन कैलकुलेट करता है, वोल्टमीटर कैलकुलेट करता है। अगर तुम गल करो गलवैनोमीटर की, तो उनका काम की है करंट को मैजर करना। ठीक है, तो देखो जो भी आप वोल्टमीटर को कनैक्ट करना होंगे तो आप काहदे च करते हैं, वोल्टमीटर को कनैक्ट सीरीज दे विच कनैक्ट करते हैं, है ना। तो देखो गलवैनोमीटर जिहड़ा है वो बहुत सेंसिटिव इंस्ट्रूमेंट है। देखो गलवैनोमीटर जिहड़ा है ना छोटे तो छोटे करंट को मैजर कर लैंदा है, जिन्ना मर्जी छोटा करंट होए उन्होंने कौन मैजर कर लैंदा है, गलवैनोमीटर जिहड़ा है उन्होंने मैजर कर लैंदा है। प्लस होर की करदा है गलवैनोमीटर, होर की करदा है जिहड़ी है करंट की डायरैक्शन भी कौन जज कर लैंदा है, गलवैनोमीटर देख लैंदा। ठीक है, गलवैनोमीटर इन्ना सेंसिटिव इंस्ट्रूमेंट है कि वो छोटे तो छोटे करंट को मैजर कर लैंदा है ना। तो उनकी जिहड़ी है देखो छोटे तो छोटा करंट भी आएगा तो उन्होंने बहुत नुकसान हो सकता है ना। तो की करना चाहिए आपां जो भी आप गलवैनोमीटर वोल्टमीटर के कन्वर्ट करना ना, तो आप की करांगे उनके हाई रजिस्टेंस, उस सर्किट दे विच कोई हाई रजिस्टेंस वाली चीज लावांगे। जो हाई रजिस्टेंस वाली चीज लावांगे ना तो की होएगा, जो करंट पास होएगा वो लिमिटेड होएगा। जो करंट पास जो लिमिटेड होएगा, जो करंट जो लिमिटेड पास होएगा तो गलवैनोमीटर को डैमेज नहीं होएगा। तो तुसी की कहोगे कि तुसी हाई रजिस्टेंस का कोई ना कोई एवें दा इंस्ट्रूमेंट लाना है जो हाई रजिस्टेंस का होए, तो उन्होंने कनैक्ट किंदे च करना है, सीरीज दे विच कनैक्ट करना है, जिंदे नाल की है गलवैनोमीटर को कोई डैमेज नहीं होएगा। तो तुसी आसानी नाल आपदे करंट को कैलकुलेट कर लोगे। ठीक है, चलो देखो नेक्स्ट क्वेश्चन, देखो नेक्स्ट क्वेश्चन की है, व्हाट इज द कलैक्टिव टर्म ऑफ डिजीज कॉजिंग माइक्रो ऑर्गेनिज्म। देखो कहते कि जेडे डिजीज कॉजिंग माइक्रो ऑर्गेनिज्म है, जेडे अपने विच डिजीजेस कॉज करते हैं, उन्होंने सारिਆਂ ਨੂੰ ਆਪਾਂ एक कॉमन नाम दे देने, की नाम दे देने जी
ਕੀ ਨਾਮ ਦੇ ਦਿੰਦੇ ਆ ਆਪਾਂ, ਦੇ ਦਿੰਦੇ ਆ ਜੀ ਪੈਥੋਜਨ। देखो पैथोजन ਜਿਹੜਾ ਹੁੰਦਾ ਹੈ बी ऑप्शन है, सी ऑप्शन है ना, ਤਾਂ देखो बी ऑप्शन ਜਿਹੜੀ ਤੁਹਾਡੀ ਕਰੈਕਟ ਹੈ। ਪੈਥੋਜਨਸ ਦੇ ਵਿੱਚੋਂ ਸਾਰੇ ਆਰਗੈਨਿਜ਼ਮਸ ਆ ਜਾਂਦੇ ਆ ਜਿਹੜੇ ਕੀ ਹੈ ਡਿਜ਼ੀਜ਼ ਕਾਜ਼ ਕਰਦੇ ਆ ਕਿਸੇ ਵੀ ਐਨੀਮਲ ਦੇ ਵਿੱਚ, ਕਿਸੇ ਵੀ ਪਲਾਂਟ ਦੇ ਵਿੱਚ, ਕਿਸੇ ਵੀ ਹਿਊਮਨ ਬੀਇੰਗ ਦੇ ਵਿੱਚ, ਤਾਂ ਤੁਸੀਂ ਕੀ ਕਹਿ ਦਿੰਦੇ ਹੋ ਉਹਨਾਂ ਨੂੰ, ਪੈਥੋਜਨਸ ਕਹਿ ਦਿੰਦੇ ਹੋ। ਚਾਹੇ ਉਹ ਬੈਕਟੀਰੀਆ ਹੋਏ, ਚਾਹੇ ਉਹ ਵਾਇਰਸ ਹੋਏ, ਚਾਹੇ ਉਹ ਪੈਰਾਸਾइट होए, सारे ਨੂੰ ਆਪਾਂ ਕੀ ਕਹਿ ਦਿੰਦੇ ਆ, ਪੈਥੋਜਨ ਕਹਿ ਦਿੰਦੇ ਆ। ठीक है, नेक्स्ट देखो, नेक्स्ट क्वेश्चन ਕੀ ਹੈ, देखो ਇਸ क्वेश्चन ਇਹ क्वेश्चन ਬਹੁਤ ਜ਼ਿਆਦਾ इंपॉर्टेंट है एसिड रेन वाला। ਮੇਰੇ ਹਿਸਾਬ ਨਾਲ ਇਹ ਪਿਛਲੇ ਪੇਪਰ ਦੇ ਵਿੱਚ ਵੀ ਹੈਗਾ ਸੀ, ਇਸ ਤੋਂ ਅੱਗੇ ਵੀ ਕਈ ਜਿਹੜੇ ਪੇਪਰ ਆਣਗੇ ਉਹਨਾਂ ਦੇ ਵਿੱਚ ਵੀ ਐਸਿਡ ਰੇਨ ਤੇ क्वेश्चन ਪੱਕਾ ਆਇਆ ਹੋਇਆ ਹੈ, ਕਿਉਂਕਿ ਇਹ ਜਨਰਲ ਸਾਇੰਸ ਦਾ क्वेश्चन ਹੈ, ਤਾਂ ਤੁਸੀਂ ਇਹ ਕਰਨਾ ਹੀ ਕਰਨਾ ਹੈ। देखो डिजॉल्व्ड गैस प्रोड्यूस्ड इन एसिड रेन इज, देखो ਪਹਿਲਾਂ ਵੀ ਮੈਂ ਤੁਹਾਨੂੰ ਦੱਸਿਆ अपने इन्वायरमेंट के की प्रेजेंट होंगी है, नाइट्रोजन प्रेजेंट होंगी है, नाल की प्रेजेंट होंगी है, सल्फर भी प्रेजेंट होंगी है। जो नाइट्रोजन जी है ऑक्सीजन नाल रिएक्ट करती है तो की बना लेंदी है, नाइट्रोजन ऑक्साइड बना लेंदी है। जो सल्फर ऑक्सीजन के नाल करती है तो सल्फर डाइऑक्साइड बना लेंदी है। जो रेन आती है तो जो इन्होंने दोनों के विच वाटर ऐड होंदा है ना, रेन उपरों की नीचे आती है, एटमोसफेयर ਦੇ ਵਿੱਚ ਪ੍ਰੈਜ਼ੈਂਟ ਹੁੰਦੀ ਹੈ। ਜਦੋਂ ਇਹ ਵਾਟਰ ਦੇ ਨਾਲ ਰਿਐਕਟ ਕਰਦੀ ਹੈ ਤਾਂ ਨਾਈਟ੍ਰੋਜਨ ਆਕਸਾਈਡ ਕੀ ਬਣਾ ਲੈਂਦੀ ਹੈ, ਨਾਈਟ੍ਰਿਕ ਐਸਿਡ ਬਣਾ ਲੈਂਦੀ ਹੈ। ਅਗਰ ਤੁਸੀਂ ਗੱਲ ਕਰੋ ਇਹਦੀ ਤਾਂ ਇਹ ਕਿਹੜਾ ਬਣਾ ਲੈਂਦੀ ਹੈ, ਸਲਫਿਊਰਿਕ ਐਸਿਡ ਬਣਾ ਲੈਂਦੀ ਹੈ। ਜਦੋਂ ਇਹ ਐਸਿਡ ਦੋਨੋਂ ਹੈ ਵਾਟਰ ਦੇ ਨਾਲ ਮਿਕਸ ਹੋ ਜਾਂਦੇ ਆ ਤੇ ਆਪਾਂ ਉਸ ਰੇਨ ਨੂੰ ਕੀ ਕਹਿ ਦਿੰਦੇ ਆ, ਐਸਿਡ ਰੇਨ ਕਹਿ ਦਿੰਦੇ ਆ। ਤਾਂ ਦੇਖੋ ਕਿਹੜਾ ਹੈ, ਨਾਈਟ੍ਰੋਜਨ ਆਕਸਾਈਡ, ਬਿਲਕੁਲ ਨਾਈट्रोजन ਆਕਸਾਈਡ ਹੈ। सल्फर डाइऑक्साइड ये भी है ना, तो बोथ ए एंड बी आएगा कि दोनों ऑप्शन जड़ी हैं बिल्कुल करैक्ट है कि अपने कोल किहड़े-किहड़े ऑक्साइड ने, किहड़ियां-किहड़ियां डिसॉल्व्ड गैसेस ने जिहड़ी एसिड रेन नूं करवांदियां ने, तां किहड़ियां करांदियां ने जी, नाइट्रोजन ऑक्साइड ते सल्फर डाइऑक्साइड। ठीक है, नेक्स्ट देखो, नेक्स्ट क्वेश्चन की है, फॉर अ टेलीविजन सेट रनिंग फॉर 5 आवर्स। देखो एक टेलीविजन सेट चल रहा है किन्ने टाइम दे लई, 5 आवर्स दे लई अ डे, अ चार्ज ऑफ 4.6 10 रेज़ पर 4 कूलम। देखो चार्ज नूं किवें रिप्रेजेंट करदे आ आपां, स्मॉल क्यू दे नाल। कितना चार्ज जिहड़ा है, कितना चार्ज पास करेगा, 4.6 इंटू 10 रेज़ पर 4 कूलम्स, है ना। द करंट थ्रू द टेलीविजन सेट, वो कहंदे कि की फाइंड करो, करंट फाइंड करो। देखो करंट का मतलब की हुंदा है, किन्ने चार्जेस जिहड़े है फ्लो कर गए हैं एक टाइम दे विच, वो की हुंदा है, करंट हुंदा है। तां आई दा फार्मूला यानी कि करंट का फार्मूला की हुंदा है, Q अपॉन T, यानी कि किन्ने चार्जेस फ्लो कर गए एक टाइम दे विच। तो देखो तुहानू चार्जेस किन्ने दिते हैं, 4.6 इंटू 10 रेज़ पर 4। ठीक है, टाइम कितना दिता है, 5 आवर्स। देखो ये तुहानू कूलम दे विच जो चार्ज दिता हुंदा है ना, ये हुंदा है कूलम, C मतलब कूलम्स। ਆਪਾਂ ਚਾਰਜ ਨੂੰ ਕਾਹਦੇ ਚ ਮੈਜ਼ਰ ਕਰਦੇ ਆ, ਕੂਲਮਸ ਦੇ ਵਿੱਚ ਮੈਜ਼ਰ ਕਰਦੇ ਆ। ਆਪਾਂ ਕਰੰਟ ਨੂੰ ਕਾਹਦੇ ਚ ਮੈਜ਼ਰ ਕਰਦੇ ਆ, ਐਂਪੀਅਰ ਦੇ ਵਿੱਚ। ਠੀਕ ਹੈ ਜੀ, ਤਾਂ ਦੇਖੋ ਇਹ ਜੋ ਟਾਈਮਿੰਗ ਆਪਾਂ ਨੂੰ ਕਾਹਦੇ ਚ ਚਾਹੀਦਾ, ਸੈਕਿੰਡ ਦੇ ਵਿੱਚ ਚਾਹੀਦਾ ਹੁੰਦਾ। ਤਾਂ ਤੁਸੀਂ ਕੀ ਕਰੋਗੇ, 5 ਇੰਟੂ ਆ ਤਾਂ ਹੋ ਗਿਆ ਮਿੰਟਸ ਚ ਕਨਵਰਟ, ਜਦੋਂ ਸੈਕਿੰਡਸ ਚ ਕਰਨਾ ਤਾਂ 160 ਦੇ ਨਾਲ 4 ਮਲਟੀਪਲਾਈ ਕਰੋ, ਤਾਂ ਦੇਖੋ ਕਿੰਨਾ ਆਂਸਰ ਆਏਗਾ। देखो आ 0 2 0 नाल कट गया, आ पॉइंट जो हटाओगे तो कला इको ही 10 रह जाएगा, 10 की पावर की हो जाएगी, कट हो जाएगी, है ना। देखो कितना आंसर आएगा, 4 6 इंटू 10 ओवर 5 इंटू 6 इंटू 6। तो 5 2 का कितना होंगे 10, 2 3 का कितना होंगे 6, ते फिर 2 3 का कितना होंगे 6 होंगे, है ना। ते फिर तुसीं इत्थे देखो किवें इत्थे 2 ना कट करो, 2 दा 6 ते 2 2 4 23, ऊपर कितना आएगा 23 बाय 3 3 का कितना आएगा 9। तो जब 9 नाल करोगे तो कितना आंसर आएगा, देखो 9 2 18, 9 2 18, तो फिर उस तो बाद कितना आएगा 2 पॉइंट लग के 5 45, 2.5 एम्पीयर जिहड़ा है आंसर आ जाएगा। जो 23 ਨੂੰ ਤੁਸੀਂ ਕਿਹਦੇ ਨਾਲ ਡਿਵਾਈਡ ਕਰੋਗੇ, 9 ਦੇ ਨਾਲ डिवाइड करोगे। समझ लग गई इत्थों तक, तो थोड़ा करैक्ट ऑप्शन की रहेगा, ए ऑप्शन जो है बिल्कुल करैक्ट है कि किन्ने एम्पीयर का करंट जो है फ्लो करेगा, 2.5 एम्पीयर का करंट फ्लो करेगा जो तुसी किन्ने चार्जेस फ्लो कराओगे, 4.6 इंटू 10 रेज़ पर 4 जो चार्जेस है किन्ने टाइम के विच 5 आवर्स ਦੇ ਵਿੱਚ फ्लो करनगे, तो ਤੁਹਾਡੇ ਕੋਲ ਜਿਹੜਾ किन्ना आएगा करंट आएगा 2.5 एम्पीयर आ जाएगा। ठीक है जी,
नेक्स्ट देखिए, चलो नेक्स्ट क्वेश्चन देखो। नेक्स्ट क्वेश्चन किया है, देखो बहुत इंपॉर्टेंट है। द वेट ऑफ एन ऑब्जेक्ट इन अ कोल माइन एट सी लेवल एंड द टॉप ऑफ माउंटेन आर रिस्पेक्टिवली। देखो कोल माइंस की ਹੁੰਦੇ ਜਿਹੜੇ ਵੱਡੇ ਵੱਡੇ ਰੌਕਸ ਦੇ ਹੁੰਦੇ ਆ ਕੋਲ ਦੇ, ਹਨਾ। ਸੀ ਲੈਵਲ ਤੁਹਾਨੂੰ ਪਤਾ ਹੀ ਹੈ ਕਿ ਜਿਹੜਾ ਸੀ ਦਾ ਸਮੁੰਦਰ ਦਾ ਲੈਵਲ ਹੈ, ਹਨਾ, ਸਮੁੰਦਰੀ ਸਤਹ ਹੈ ਹਨਾ। ਐਂਡ ਦ ਟੌਪ ਆਫ ਮਾਊਂਟੇਨ, ਮਾਊਂਟੇਨ ਦੇ ਟੌਪ ਤੇ ਤੁਹਾਨੂੰ ਪਤਾ ਹੀ ਹੈ। ਉਹ ਕਹਿੰਦੇ ਕਿ ਉਹਨਾਂ ਦਾ weight ਜਿਹੜਾ ਹੈ ਕਿੰਨਾ ਹੈ, W1 W2 ਤੇ W3। ਤਾਂ ਤੁਸੀਂ ਇਹ ਦੱਸਣਾ ਹੈ ਵੀ ਕਿੱਥੇ ਜ਼ਿਆਦਾ weight ਹੋਏਗਾ, ਕਿੱਥੇ ਘੱਟ weight ਹੋਏਗਾ। ਦੇਖੋ ਜਦੋਂ W ਸਾਰਿਆਂ ਨਾਲੋਂ ਜ਼ਿਆਦਾ ਕਿੱਥੇ ਹੋਏਗਾ, ਸੀ ਲੈਵਲ ਤੇ ਹੋਏਗਾ। ਕਿਉਂ? ਕਿਉਂਕਿ ਤੁਸੀਂ ਕਿੱਥੇ ਖੜੇ ਹੋ, ਅਰਥ ਦੇ ਸਰਫੇਸ ਤੇ ਹੋ। ਕੋਲ ਮਾਈਨ ਦੀ ਗੱਲ ਕਰੋ ਤਾਂ ਤੁਸੀਂ ਕਿੱਥੇ ਹੋ, ਕੋਲ ਮਾਈਨ ਦੇ ਉੱਪਰ ਹੋ। ਅਗਰ ਤੁਸੀਂ ਮਾਊਂਟੇਨ ਦੀ ਗੱਲ ਕਰੋ ਤਾਂ ਸਾਰਿਆਂ ਨਾਲੋਂ ਉੱਪਰ ਹੋ, ਹਨਾ। ਤਾਂ ਉੱਥੇ ਫੋਰਸ ਆਫ ਗ੍ਰੈਵਿਟੀ ਕੀ ਹੋਏਗੀ, ਘੱਟ ਹੋਏਗੀ। ਸਾਰਿਆਂ ਨਾਲੋਂ ਜ਼ਿਆਦਾ ਫੋਰਸ ਆਫ ਗ੍ਰੈਵਿਟੀ ਕਿੱਥੇ ਹੋਏਗੀ, ਸੀ ਲੈਵਲ ਤੇ ਹੋਏਗੀ। ਯਾਨੀ ਕਿ ਤੁਹਾਡਾ weight ਜਿਹੜਾ ਹੈ ਸੀ ਲੈਵਲ ਦੇ ਉੱਪਰ ਕੀ ਹੋਏਗਾ, ਸਭ ਤੋਂ ਜ਼ਿਆਦਾ ਹੋਏਗਾ। ਉਸ ਤੋਂ ਬਾਅਦ ਅਗਰ ਤੁਸੀਂ ਗੱਲ ਕਰੋ ਤਾਂ ਦੇਖੋ ਸਾਰਿਆਂ ਨਾਲੋਂ ਜ਼ਿਆਦਾ ਕਿੰਨੇ 'ਚ ਹੈ, ਇਹਦੇ 'ਚ ਨਹੀਂ ਹੈ। ਉਸ ਤੋਂ ਬਾਅਦ ਦੇਖੋ ਜਿਹੜਾ W1 ਹੈ ਉਹਦਾ ਘੱਟ ਹੋਏਗਾ, ਘੱਟ ਹੋਏਗਾ ਨਾ। ਉਸ ਤੋਂ ਬਾਅਦ ਨੈਕਸਟ ਕਿੰਨਾ ਹੋਏਗਾ, W3 ਦਾ ਹੋਏਗਾ, ਹਨਾ। ਤਾਂ ਇਹ ਸੀਕੁਐਂਸ ਬਣੇਗੀ ਕਿ ਸਾਰਿਆਂ ਨਾਲੋਂ ਜ਼ਿਆਦਾ weight ਕਿੱਥੇ ਹੋਏਗਾ, ਸੀ ਲੈਵਲ ਤੇ ਹੋਏਗਾ। ਕਿਉਂ? ਕਿਉਂਕਿ ਗ੍ਰੈਵਿਟੇਸ਼ਨਲ ਗ੍ਰੈਵਿਟੀ ਕੀ ਹੈ, ਜ਼ਿਆਦਾ ਹੈ। ਫਿਰ W1 ਤੇ ਹੋਏਗਾ, ਫਿਰ W3 ਤੇ ਹੋਏਗਾ। ਤਾਂ ਦੇਖੋ ਜਿਹੜਾ W2 ਹੈ ਉਹਦਾ ਦੋਨਾਂ ਨਾਲੋਂ ਜ਼ਿਆਦਾ ਹੈ। ਤਾਂ ਇਹ ਆਪਸ਼ਨ ਦੇ ਵਿੱਚ ਵੇਖੋ ਦੋਨਾਂ ਨਾਲੋਂ ਜ਼ਿਆਦਾ W1 ਨਾਲੋਂ ਵੀ ਜ਼ਿਆਦਾ ਕਿੰਨਾ ਹੈ, W2 ਦਾ। W3 ਨਾਲੋਂ ਵੀ ਜ਼ਿਆਦਾ ਕਿੰਨਾ ਹੈ, W2 ਦਾ। ਤਾਂ ਇਹ ਆਪਸ਼ਨ ਜਿਹੜੀ ਹੈ ਬਿਲਕੁਲ ਕਰੈਕਟ ਰਹੇਗੀ ਕਿ ਜਿਹੜਾ W2 ਦਾ ਯਾਨੀ ਕਿ ਜਿਹੜਾ ਸੀ ਲੈਵਲ ਦਾ weight ਹੈ, ਜਦੋਂ ਤੁਸੀਂ ਸੀ ਲੈਵਲ ਤੇ ਖੜੇ ਹੋ ਤਾਂ ਉੱਥੋਂ ਦਾ weight ਜਿਹੜਾ ਹੈ ਉਹ ਦੋਨਾਂ ਨਾਲੋਂ ਜ਼ਿਆਦਾ ਹੈ ਜਦੋਂ ਤੁਸੀਂ ਕੋਲ ਮਾਈਨ ਤੇ ਖੜੇ ਹੋ ਪਲੱਸ ਕਿੱਥੇ ਖੜੇ ਹੋ, ਟੌਪ ਆਫ ਮਾਊਂਟੇਨ ਤੇ ਖੜੇ ਹੋ। ਕਿਉਂਕਿ ਦੋਨਾਂ ਹੀ ਕੇਸਿਸ ਦੇ ਵਿੱਚ ਕੀ ਹੈ, ਫੋਰਸ ਆਫ ਗ੍ਰੈਵਿਟੀ ਕੀ ਹੈ, ਘੱਟ ਹੈ। ਪਰ ਸਾਰਿਆਂ ਨਾਲੋਂ ਜ਼ਿਆਦਾ ਫੋਰਸ ਆਫ ਗ੍ਰੈਵਿਟੀ ਕਿੱਥੇ ਹੈ, ਸੀ ਲੈਵਲ ਦੇ ਵਿੱਚ ਫੋਰਸ ਆਫ ਗ੍ਰੈਵਿਟੀ सारे नालों ज्यादा है। ठीक है जी, देखिए नेक्स्ट क्वेश्चन। नेक्स्ट देखो, नेक्स्ट की है द क्रिटिकल टेम्परेचर ऑफ वाटर इज हायर देन दैट ऑफ ऑक्सीजन बिकॉज द वाटर मॉलिक्यूल हैज। वो कहते कि जो क्रिटिकल टेम्परेचर है वाटर का वो ज्यादा है किंदे नालों, ऑक्सीजन दे नालों। क्यों ज्यादा है? तो ऑप्शंस रीड करो। देखो पहली ऑप्शन की है फ्यूअर इलेक्ट्रॉन्स देन ऑक्सीजन। वो कहते कि जो वाटर मॉलिक्यूल्स विच इलेक्ट्रॉन्स है वो घट है। उस पर देखो टू कोवलेंट बोन्स। वो कहते कि ज्यादा है क्योंकि जो वाटर के की है दो कोवलेंट बॉन्ड पाए जाते हैं। देन नेक्स्ट देखो क्यों है, देखो वाटर की स्ट्रक्चर की होती है। देखो वाटर की स्ट्रक्चर ये होंगी है तो की होंगे बेसिकली एक ऑक्सीजन होंगे, ये एक ऑक्सीजन है। इन्होंने कोल कितने इलैक्ट्रॉन होंगे, 6 इलैक्ट्रॉन होंगे ना, 1 2 3 4 5 ते 6। तो ये इलैक्ट्रॉन जो एक हाइड्रोजन के नाल बॉन्ड बना लेंदा है, ये इलैक्ट्रॉन दूसरे हाइड्रोजन के नाल बना लेंदा है। ये जो दो इलैक्ट्रॉन होंगे हैं इन्होंने उपर की होंगे है डाइपल मूवमेंट आ बन जाते हैं कि इन्होंने कहते हैं डाइपल्स कहते हैं। हाँ लोन पेयर्स कहते हैं है ना। तो दो लोन पेयर जोड़े ने अलग रह जाते हैं। ये लोन पेयर देखो ये केड़ी शेप बन रही है, इनू आप इस शेप को कहने होंगे बेंट शेप। ठीक है, तो देखो क्यों जो होंगे क्रिटिकल टेम्परेचर जो वाटर का क्यों हायर है, क्यों? क्योंकि जो लोन पेयर्स आ जाते हैं ना तो उन्हें केड़ी मूवमेंट होंगी है, डाइपल मूवमेंट होंगी है। डाइपल मूवमेंट क्यों होंगी है? क्योंकि उन्हें उपर की प्रेजेंट होंगे है, डाइपोल्स प्रेजेंट होंगे हैं जिन्हें करके की आता क्रिटिकल टेम्परेचर की होंगे ज्यादा होंगे। देखो क्रिटिकल टेम्परेचर का मतलब की होंगे है पता है ना, क्रिटिकल टेम्परेचर का मतलब होंगे है कि किहड़े टेम्परेचर के उपर लिक्विड है उन्होंने कहते हैं क्रिटिकल टेम्परेचर। ठीक है, या किहड़े टेम्परेचर से जी ऑक्सीजन है वो गैस है। तो थोड़ा करेक्ट ऑप्शन की रहेगा, डी ऑप्शन बिल्कुल करेक्ट रहेगा कि ड्यू टू डाइपल मूवमेंट जो है क्रिटिकल मूवमेंट क्रिटिकल टेम्परेचर वाटर का की है ज्यादा है। ठीक है, नेक्स्ट देखो, नेक्स्ट की है what is correct sequence of occurrence in nitrogen cycle starting from nitrogen gas। देखो
जो तुसी है ना चार टर्म्स ਨੂੰ ਪੜੋਗੇ ਤੁਸੀਂ ਸੀਕੁਐਂਸ ਦੱਸਣੀ ਹੈ ਕਿ ਪਹਿਲਾਂ ਕੀ ਹੁੰਦਾ ਹੈ, ਸੈਕੰਡ ਨਾਮ ਤੇ ਕੀ ਹੁੰਦਾ ਹੈ, ਥਰਡ ਤੇ ਕੀ ਹੁੰਦਾ ਹੈ। ਦੇਖੋ ਐਮੋਨੀਫਿਕੇਸ਼ਨ ਦਾ ਮਤਲਬ ਕੀ ਹੁੰਦਾ ਹੈ, ਐਮੋਨੀਫਿਕੇਸ਼ਨ ਦਾ ਮਤਲਬ ਕੀ ਹੁੰਦਾ ਹੈ, ਜਦੋਂ ਜਿਹੜਾ ਹੈ ਪ੍ਰੋਡਕਸ਼ਨ ਹੁੰਦੀ ਹੈ ਕਾਦੀ, ਐਮੋਨੀਆ ਦੀ, ਪ੍ਰੋਡਕਸ਼ਨ ਆਫ ਐਮੋਨੀਆ ਫਰੋਮ ਕਿੰਨਾ ਤੋਂ ਹੁੰਦੀ ਹੈ ਐਮੋਨੀਆ ਦੀ ਪ੍ਰੋਡਕਸ਼ਨ, ਲਿਵਿੰਗ ਥਿੰਗਸ ਤੋਂ। ਲਿਵਿੰਗ ਥਿੰਗਸ ਜਿਹੜੇ ਹੈ ਉਹ ਕੀ ਐਕਸਕ੍ਰੀਟ ਕਰਦੇ हैं, कई लिविंग बींग्स ਐਵੇਂ ਦੇ हैं ਕੀ ਐਕਸਕ੍ਰੀਟ ਕਰਦੇ हैं, ਅਮੋਨੀਆ ਐਕਸਕ੍ਰੀਟ ਕਰਦੇ हैं। ਸੈਕੰਡ ਕੀ ਲਿਖਿਆ ਹੈ, ਡੀਨਾਈਟ੍ਰਿਫਿਕੇਸ਼ਨ। ਦੇਖੋ ਡੀਨਾਈਟ੍ਰਿਫਿਕੇਸ਼ਨ ਦਾ ਮਤਲਬ ਕੀ ਹੁੰਦਾ ਹੈ, ਜਦੋਂ ਨਾਈਟ੍ਰੇਟਸ ਜਿਹੜੇ ਆ ਉਹ ਵਾਪਸ ਜਾਂਦੇ ਆ ਸੋਇਲ ਦੇ ਵਿੱਚ, ਕਿੰਦੇ ਥਰੂ, ਬੈਕਟੀਰੀਆ ਦੇ। ਜਦੋਂ ਸੋਇਲ ਕਨਵਰਟ ਕਰਦੀ ਹੈ, ਸੋਇਲ ਕਿਹਨੂੰ ਕਨਵਰਟ ਕਰਦੀ ਹੈ, ਨਾਈਟ੍ਰੇਟਸ ਨੂੰ, ਕਿੰਦੇ ਫਾਰਮ, ਨਾਈਟ੍ਰੇਟਸ ਨੂੰ, ਨਾਈਟ੍ਰੇਟਸ ਬੈਕ ਟੂ ਸੋਇਲ। ਜਦੋਂ ਸੋਇਲ ਦੇ ਵਿੱਚ ਦੁਬਾਰਾ ਨਾਈਟ੍ਰੇਟਸ ਪਾਉਂਦੀ ਹੈ ਉਹਨੂੰ ਕਹਿੰਦੇ ਨੇ ਡੀਨਾਈਟ੍ਰਿਫਿਕੇਸ਼ਨ। ਅਗਰ ਤੁਸੀਂ ਨਾਈਟ੍ਰਿਫਿਕੇਸ਼ਨ ਦੀ ਗੱਲ ਕਰੋ ਤਾਂ ਨਾਈਟ੍ਰਿਫਿਕੇਸ਼ਨ ਕੀ ਹੁੰਦਾ ਹੈ, ਜਦੋਂ ਐਮੋਨੀਆ ਜਿਹੜਾ ਹੈ ਉਹ ਕਿੰਨੇ ਚ ਕਨਵਰਟ ਹੋਏ, ਨਾਈਟ੍ਰੇਟਸ ਦੇ ਵਿੱਚ ਕਨਵਰਟ ਹੋਏ, ਉਸ ਪ੍ਰੋਸੈਸ ਨੂੰ ਤੁਸੀਂ ਕੀ ਕਹਿ ਦਿੰਦੇ ਹੋ, ਨਾਈਟ੍ਰਿਫਿਕੇਸ਼ਨ। ਨੈਕਸਟ ਦੇਖੋ ਨਾਈਟ੍ਰੋਜਨ ਫਿਕਸੇਸ਼ਨ ਕੀ ਹੁੰਦਾ ਹੈ। ਨਾਈਟ੍ਰੋਜਨ ਫਿਕਸੇਸ਼ਨ ਦਾ ਮਤਲਬ ਕੀ ਹੁੰਦਾ ਹੈ, ਜਦੋਂ ਨਾਈਟ੍ਰੋਜਨ ਜਿਹੜੀ ਹੈ, ਜਿਹੜੀ ਸਿੰਪਲ ਨਾਈਟ੍ਰੋਜਨ ਉਹਨੂੰ ਆਪਾਂ ਕਿੰਦੇ ਚ ਕਨਵਰਟ ਕਰੀਏ, ਆਰਗੈਨਿਕ ਨਾਈਟ੍ਰੋਜਨ ਦੇ ਵਿੱਚ ਕਨਵਰਟ ਕਰੀ ਜਾਂਦੀ ਹੈ, ਉਸ ਪ੍ਰੋਸੈਸ ਨੂੰ ਕੀ ਕਹਿੰਦੇ ਨੇ, ਨਾਈਟ੍ਰੋਜਨ ਫਿਕਸੇਸ਼ਨ ਦਿੰਦੇ ਨੇ। ਦੇਖੋ ਤਾਂ ਤੁਸੀਂ ਇੱਥੋਂ ਹੀ ਦੇਖ ਲਓ, ਪਹਿਲਾਂ ਕੀ ਹੁੰਦੀ ਹੈ, ਨਾਈਟ੍ਰੋਜਨ ਫਿਕਸੇਸ਼ਨ ਹੁੰਦੀ ਹੈ। ਕਿਉਂ? ਕਿਉਂਕਿ ਦੇਖੋ ਆਰਗੈਨਿਕ ਜਿਹੜਾ ਮਟੀਰੀਅਲ ਹੈ ਉਹ ਕਿੰਦੇ ਚ ਕਨਵਰਟ ਹੁੰਦਾ ਹੈ, ਆਰਗੈਨਿਕ ਨਾਈਟ੍ਰੋਜਨ ਦੇ ਵਿੱਚ ਕਨਵਰਟ ਹੁੰਦਾ ਹੈ। ਉਸ ਤੋਂ ਬਾਅਦ ਤੁਸੀਂ ਗੱਲ ਕਰੋ ਸੈਕਿੰਡ ਕੀ ਆਏਗਾ, ਪ੍ਰੋਡਕਸ਼ਨ ਆਫ ਐਮੋਨੀਆ ਆਏਗਾ, ਹਨਾ। ਉਸ ਤੋਂ ਬਾਅਦ ਕੀ ਹੁੰਦਾ ਹੈ, ਐਮੋਨੀਆ ਜਿਹੜਾ ਹੁੰਦਾ ਲਿਵਿੰਗ ਬੀਂਗਸ ਦੇ ਵਿੱਚ ਉਹਦੀ ਵੀ ਫਿਕਸੇਸ਼ਨ ਹੁੰਦੀ ਹੈ, ਠੀਕ ਹੈ। ਤਾਂ ਪਹਿਲੀ ਕਿਹੜੀ ਆਏਗੀ, ਨਾइट्रोजन फिक्सेशन आएगी। दूसरा क्या आएगा, एमोनिफिकेशन आएगा। उस तो बाद देखो की आएगी डीनाइट्रिफिकेशन, देखो एंड पे ही आएगी, क्यों? क्योंकि बैक जाने न्यूट्रिएंट्स, थर्ड ऑब्वियसली की आएगी, नाइट्रिफिकेशन आएगी। तो थोड़ा सीक्वेंस की बनेगा 4 1 3 2। तो देखो 4 1 3 2, ਤਾਂ ਬੀ ਆਪਸ਼ਨ ਜਿਹੜੀ ਹੈ ਬਿਲਕੁਲ ਕਰੈਕਟ ਹੈ ਤੁਹਾਡੀ, ਕਿ ਪਹਿਲਾਂ ਕੀ ਹੁੰਦਾ, ਪਹਿਲੇ ਸਟੈਪ ਦੇ ਵਿੱਚ ਕੀ ਹੁੰਦਾ, ਨਾਈਟ੍ਰੋਜਨ ਫਿਕਸੇਸ਼ਨ ਹੁੰਦੀ ਹੈ, ਉਸ ਤੋਂ ਬਾਅਦ ਕੀ ਹੁੰਦਾ ਹੈ, ਐਮੋਨੀਫਿਕੇਸ਼ਨ ਹੁੰਦੀ ਹੈ, ਐਮੋਨੀਫਿਕੇਸ਼ਨ ਤੋਂ ਬਾਅਦ ਕੀ ਹੁੰਦਾ ਹੈ, ਨਾਈਟ੍ਰਿਫਿਕੇਸ਼ਨ ਹੁੰਦਾ ਹੈ, ਤੇ ਨਾਈਟ੍ਰਿਫਿਕੇਸ਼ਨ ਤੋਂ ਬਾਅਦ ਜਦੋਂ ਨਾਈਟ੍ਰੇਟਸ ਨੇ ਵਾਪਸ ਜਾਣਾ ਹੁੰਦਾ ਸੋਇਲ ਵੱਲ, ਤਾਂ ਕਿਸ ਪ੍ਰੋਸੈਸ ਦੇ ਨਾਲ ਜਾਂਦੇ ਨੇ, ਡੀ ਨਾਈਟ੍ਰਿਫਿਕੇਸ਼ਨ ਦੇ ਨਾਲ ਵਾਪਸ ਚਲੇ ਜਾਂਦੇ ਆ। ਠੀਕ ਹੈ, ਇੱਥੇ ਤੱਕ ਸਮਝ ਲੱਗ ਗਈ। ਨੈਕਸਟ ਚਲਿਏ। ਹਾਂਜੀ ਦੇਖੋ ਅੱਜ ਵਾਲੇ ਕੁਐਸਚਨ ਆਪਾਂ ਇੱਥੇ ਤੱਕ ਹੀ ਰੱਖਾਂਗੇ, ਬਾਕੀ ਦੇ ਜਿਹੜੇ ਪੈਂਡਿੰਗ ਕੁਐਸਚਨ ਹੈ ਉਹ ਆਪਾਂ ਕੱਲ ਕਰਾਂਗੇ, ਠੀਕ ਹੈ। ਕਿਉਂਕਿ ਦੇਖੋ ਜ਼ਿਆਦਾ ਕੁਐਸਚਨ ਕਰਨ ਨਾਲ ਤੁਹਾਡਾ ਵੀ ਉਵੇਂ ਦਿਮਾਗ ਜਾਂ ਉਵੇਂ ਹੋ ਜਾਊਗਾ ਕਿ ਇੰਨੀ ਲੰਬੀ ਕਲਾਸ ਤੇ ਸਾਡੇ ਕੋਲੋਂ ਨਹੀਂ ਵੇਖੀ ਜਾਂਦੀ ਹੈ ਕੁਝ ਵੀ। ਆਰਾਮ ਨਾਲ ਕਰਾਂਗੇ, ਆਰਾਮ ਨਾਲ ਕਰਨ ਨਾਲ ਕੀ ਹੋਏਗਾ, ਆਰਾਮ ਨਾਲ ਕਰਾਂਗੇ, ਆਰਾਮ ਨਾਲ ਤੁਹਾਨੂੰ ਵੀ ਸਮਝ ਲੱਗ ਜਾਏਗੀ ਤੇ ਮੇਰੇ ਲਈ ਵੀ ਆਸਾਨੀ ਹੋ ਜਾਏਗੀ, ਠੀਕ ਹੈ। ਤਾਂ ਦੇਖੋ ਇਸ ਤੋਂ ਬਾਅਦ ਜਿਹੜੇ ਬਾਕੀ ਦੇ 13 14 ਕੁਐਸਚਨ ਪੈਂਡਿੰਗ ਹੈ ਉਹ ਆਪਾਂ ਕੱਲ ਵਾਲੀ ਕਲਾਸ 'ਚ ਕਰ ਲਾਂਗੇ, ਠੀਕ ਹੈ। ਤੇ ਤੁਸੀਂ ਇੱਥੋਂ ਤੱਕ ਰਿਵਾਈਜ਼ ਕਰਕੇ ਆਣਾ ਹੈ। ਤੇ ਅਗਰ ਕਿਸੇ ਨੂੰ ਕੋਈ ਪ੍ਰੋਬਲਮ ਹੈ ਤਾਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸਣਾ ਹੈ, ਪਲੱਸ ਤੁਸੀਂ ਕਮੈਂਟ ਜਰੂਰ ਕਰਕੇ ਜਾਣਾ ਵੀ ਕਲਾਸ ਕਿਵੇਂ ਦੀ ਲੱਗੀ, ਠੀਕ ਹੈ। ਲਾਈਕ ਜਰੂਰ ਕਰਿਆ ਕਰੋ ਕਲਾਸ ਨੂੰ, ਅਗਰ ਕਲਾਸ ਵਧੀਆ ਲੱਗੀ ਹੈ ਤਾਂ ਸ਼ੇਅਰ ਵੀ ਜਰੂਰ ਕਰਿਆ ਕਰੋ, ਠੀਕ ਹੈ। ਚਲੋ ਜੀ, ਓਕੇ ਜੀ, ਮਿਲਦੇ ਆ ਫਿਰ ਆਪਾਂ ਕੱਲ। ਓਕੇ, ਬਾਏ ਬਾਏ, ਟੇਕ केयर।